प्यारे बच्चों, वेलकम इन ऑनलाइन मैथ क्लास। पिछलियां वीडियोज़ ਦੇ ਵਿੱਚ ਆਪਾਂ ਐਕਸਰਸਾਈਜ਼ 6.1 6.2 ਤੇ 6.3 ਦੇਖ ਚੁੱਕੇ ਹਾਂ। ਅੱਜ ਆਪਾਂ ਗੱਲ ਕਰਾਂਗੇ ਐਕਸਰਸਾਈਜ਼ 6.4 ਦੀ। ਇਸ ਐਕਸਰਸਾਈਜ਼ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਥਿਓਰਮ ਪਾਇਥਾਗੋਰਸ ਥਿਓਰਮ, ਉਸ ਨੂੰ ਆਪਾਂ ਸਿੱਧ ਕਰਾਂਗੇ। ਇਹ ਥਿਓਰਮ ਹੈ ਜਿਹੜੀ ਬਹੁਤ ਇੰਪੋਰਟੈਂਟ ਹੈ ਬੱਚਿਓ। ਫਾਈਨਲ ਐਗਜ਼ਾਮ ਦੇ ਵਿੱਚ ਵੀ ਇਹ 6 ਮਾਰਕਸ ਦੀ ਹੈ, ਪੇਪਰ ਦੇ ਵਿੱਚ ਆਉਂਦੀ ਹੈ, ਤਾਂ ਧਿਆਨ ਨਾਲ ਇਸ ਦਾ ਪ੍ਰੂਫ ਦੇਖਣਾ ਹੈ। ਪੂਰੀ ਉਮੀਦ ਕਰੂੰਗਾ ਕਿ ਤੁਹਾਨੂੰ ਇਹ ਥਿਓਰਮ ਨੂੰ ਯਾਦ ਕਰਨ ਦੀ ਲੋੜ ਨਾ ਪਵੇ। ਧਿਆਨ ਨਾਲ ਤੁਸੀਂ ਇਸ ਥਿਓਰਮ ਨੂੰ ਦੇਖਣਾ ਹੈ, ਤਾਂ ਤੁਹਾਨੂੰ ਮੈਂ ਵਿਸ਼ਵਾਸ ਦਿਵਾਨਾ ਕਿ ਜੇ ਤੁਸੀਂ ਇਹਨੂੰ ਧਿਆਨ ਨਾਲ ਸਮਝੋਗੇ ਤਾਂ ਤੁਹਾਨੂੰ ਇਸ ਨੂੰ ਯਾਦ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਣੀ। ਤੇ ਇੱਕ ਇੰਪੋਰਟੈਂਟ ਗੱਲ ਹੋਰ, ਅਗਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆ ਰਹੀਆਂ ਨੇ ਤਾਂ ਪਲੀਜ਼ ਤੁਸੀਂ ਲਾਈਕ ਕਰਨਾ ਹੈ, ਕਮੈਂਟ ਕਰਨਾ ਹੈ, ਸ਼ੇਅਰ ਕਰਨਾ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ। ਥੈਂਕ ਯੂ। ਆਓ ਆਪਾਂ ਦੇਖਦੇ ਹਾਂ ਪਾਇਥਾਗੋਰਸ ਥਿਓਰਮ। ਪਾਇਥਾਗੋਰਸ ਥਿਓਰਮ ਤੋਂ ਅਸੀਂ ਸਾਰੇ ਹੀ ਜਾਣੂ ਹਾਂ, ਸਾਨੂੰ ਸਾਰਿਆਂ ਨੂੰ ਪਤਾ ਹੈ ਕੀ ਹੁੰਦੀ ਹੈ ਪਾਇਥਾਗੋਰਸ ਥਿਓਰਮ। ਕਿਸੇ ਸਮਕੋਣ ਤਿਕੋਣ ਦੇ ਵਿੱਚ ਕਰਨ ਦਾ ਵਰਗ, ਜਾਂ ਆਪਾਂ ਕਹਿ ਸਕਦੇ ਹਾਂ ਸਭ ਤੋਂ ਵੱਡੀ ਭੁਜਾ ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਇਸ ਥਿਓਰਮ ਨੂੰ ਆਪਾਂ ਬੋਲਦੇ ਹਾਂ ਪਾਇਥਾਗੋਰਸ ਥਿਓਰਮ। ਤਾਂ ਪਾਇਥਾਗੋਰਸ ਥਿਓਰਮ ਨੂੰ ਸਭ ਤੋਂ ਪਹਿਲਾਂ ਇਹਦੀ ਸਟੇਟਮੈਂਟ। ਹੁਣ ਆਪਾਂ ਗੱਲ ਕਰਾਂਗੇ ਇਸ ਥਿਓਰਮ ਦੇ ਵਿੱਚ ਸਾਨੂੰ ਕੀ ਕੀ ਦਿੱਤਾ ਹੈ, ਫਿਰ ਅਸੀਂ ਗੱਲ ਕਰਾਂਗੇ ਰਚਨਾ ਦੀ, ਫਿਰ ਅਸੀਂ ਦੇਖਾਂਗੇ ਇਸ ਨੂੰ ਸਿੱਧ ਕਰਨ ਦਾ ਤਰੀਕਾ। ਬੱਚਿਓ ਤੁਸੀਂ ਇਹਨੂੰ ਧਿਆਨ ਨਾਲ ਦੇਖਣਾ ਹੈ, ਸਮਝਣਾ ਹੈ, ਕਿਉਂਕਿ ਇਹ ਥਿਓਰਮ ਪੇਪਰ ਦੇ ਵਿੱਚ 6 ਨੰਬਰ ਦੀ ਆਉਂਦੀ ਹੈ। ਬਹੁਤ ਹੀ ਇੰਪੋਰਟੈਂਟ ਥਿਓਰਮ ਹੈ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਦਿੱਤਾ ਹੈ। ਸਾਨੂੰ ਕੀ ਦਿੱਤਾ ਹੁੰਦਾ ਇਸ ਥਿਓਰਮ ਦੇ ਵਿੱਚ? ਇੱਕ ਸਮਕੋਣ ਤਿਕੋਣ ਦੀ ਗੱਲ ਕੀਤੀ ਜਾਂਦੀ ਹੈ। A B C ਇੱਕ ਸਮਕੋਣ ਤਿਕੋਣ ਹੈ। ਕੌਣ B ਸਮਕੋਣ ਹੈ, ਇਹ ਸਾਨੂੰ ਦਿੱਤਾ ਹੋਇਆ ਬੱਚਿਓ। ਜਾਂ ਆਪਾਂ ਲਿਖ ਸਕਦੇ ਹਾਂ ਸਮਕੋਣ ਹੈ, ਜਾਂ ਲਿਖ ਸਕਦੇ ਹਾਂ ਕੌਣ B ਬਰਾਬਰ 90 ਡਿਗਰੀ। ਸਿੱਧ ਕਰਨਾ, ਆਪਾਂ ਨੇ ਸਿੱਧ ਕਰਨਾ ਹੈ ਕਰਨ, ਜੋ ਕਿ 90 ਡਿਗਰੀ ਦੇ ਕੋਣ ਦੇ ਸਾਹਮਣੇ ਵਾਲੀ ਭੁਜਾ ਨੂੰ ਕਿਹਾ ਜਾਂਦਾ ਹੈ। ਇਹ ਸਭ ਤੋਂ ਵੱਡੀ ਭੁਜਾ ਹੁੰਦੀ ਹੈ। ਕਰਨ ਦਾ ਵਰਗ ਬਾਕੀ ਬਚੀਆਂ ਦੋ ਭੁਜਾਵਾਂ, ਇੱਕ AB ਤੇ ਇੱਕ BC ਦੇ ਵਰਗ ਦੇ ਜੋੜ ਦੇ ਬਰਾਬਰ ਹੁੰਦੀ ਹੈ। AB ਦਾ ਵਰਗ, BC ਦਾ ਵਰਗ। ਇਹ ਆਪਾਂ ਸਿੱਧ ਕਰਨਾ ਹੈ, ਪਾਇਥਾਗੋਰਸ ਥਿਓਰਮ ਹੈ। ਇਸ ਨੂੰ ਆਪਾਂ ਸਿੱਧ ਕਰਨਾ ਬੱਚਿਓ। ਸਭ ਤੋਂ ਵੱਡੀ ਭੁਜਾ ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਇਸ ਦੇ ਲਈ ਅਸੀਂ ਰਚਨਾ ਕਰਾਂਗੇ। ਰਚਨਾ ਕਰਾਂਗੇ ਬਿੰਦੂ B ਤੋਂ AC ਦੇ ਉੱਪਰ ਲੰਬ ਖਿੱਚਾਂਗੇ D, BD ਲੰਬ ਬਣਾਵਾਂਗੇ AC ਉੱਪਰ। ਬਸ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਬੱਚਿਓ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਇਸ ਥਿਓਰਮ ਨੂੰ ਕਿਵੇਂ ਸਿੱਧ ਕਰਨਾ ਹੈ। ਮੇਰੀ ਪੂਰੀ ਕੋਸ਼ਿਸ਼ ਰਹੇਗੀ ਤੁਹਾਨੂੰ ਇਸ ਤਰੀਕੇ ਦੇ ਨਾਲ ਸਮਝਾਇਆ ਜਾਵੇ ਕਿ ਪੇਪਰ ਦੇ ਵਿੱਚ ਬਿਲਕੁਲ ਇੱਕ ਸਟੈਪ ਦੇ ਅਨੁਸਾਰ ਤੁਸੀਂ ਇਸ ਥਿਓਰਮ ਨੂੰ ਸਿੱਧ ਕਰ ਦੇਣਾ ਹੈ। ਪਹਿਲਾਂ ਥੋੜਾ ਜਿਹਾ ਤਰੀਕਾ ਸਮਝ ਲਓ ਆਪਾਂ ਕੀ ਕਰਨਾ ਹੈ, ਫਿਰ ਉਸ ਨੂੰ ਆਪਾਂ ਲਿਖ ਕੇ ਕਰਾਂਗੇ। ਠੀਕ ਹੈ ਬੱਚਿਓ। ਲੰਬ ਖਿੱਚਣ ਦੇ ਨਾਲ ਆਪਣੇ ਕੋਲੇ ਕਿੰਨੀਆਂ ਤਿਕੋਣਾਂ ਬਣ ਗਈਆਂ, ਸੋਚੋ। ਬਿਲਕੁਲ ਠੀਕ, 3 ਤਿਕੋਣਾਂ ਬਣ ਗਈਆਂ। ਨੰਬਰ 1 ਛੋਟੀ ਤਿਕੋਣ ADB, नंबर 2 दूसरी छोटी त्रिकोण
बी डी सी। नंबर 3 वड्डी त्रिकोण ए बी सी। शाबाश, ये 3 त्रिकोणां ने, बिल्कुल ठीक। पहला आपां उपरली छोटी त्रिकोण नूं वड्डी त्रिकोण दे नाल समरूप सिद्ध करांगे, फिर आपां नीचे वाली छोटी त्रिकोण नूं वड्डी त्रिकोण दे नाल समरूप सिद्ध करांगे। तां बच्चों इत्थे ध्यान देना है, सब तो पहला मैं छोटी त्रिकोण दा नाम लिख रहा। नाम लिखण दा भी एक बड़ा वधिया तरीका है, तुहानूं मैं दसदा। पहली त्रिकोण दा नाम तुसीं जिस तरह मर्जी लिख लो। मान लो तुसीं लिख लिया ए बी डी, त्रिकोण ए बी डी अते त्रिकोण। बच्चों इत्थे ध्यान देना है, तुसीं ए बी सी नहीं लिखना। हुण आपां ने किहड़ी त्रिकोण लिखी है? ए बी डी। इस छोटी त्रिकोण दा किहड़ा कोण वड्डी त्रिकोण दे नाल साझा है? सोचो, इस छोटी त्रिकोण दा जिहड़ा कोण ए है ओह वड्डी त्रिकोण दे ए कोण दे नाल साझा है। तो जिथे आपां ए लिखिया है इत्थे भी आपां ए लिखदे हां। ध्यान नाल समझना बच्चों, जे तुसीं त्रिकोणां दे नाम सही लिख लए तां ये तुहानूं मैं गारंटी दिना ये थ्योरम तुहानूं बहुत ही आसान लगेगी, तुहानूं तुहाडे पेपर दे विच भी कोई मिसटेक नहीं होएगी। ए तो बाद बच्चों आपां ने कोण बी लिखिया है, डी लिखिया है। छोटी त्रिकोण दा 90 डिग्री ते कोण डी बिंदु ते बन रहा है। हुण तुसीं सोचो वड्डी त्रिकोण दा 90 डिग्री दा कोण किस बिंदु ते बनदा है? बी ते बनदा है। डी आपां पिछे लिखिया है तां बी नूं भी आपां पिछे लिखना है। त्रिकोण सी अपनी ए बी सी, ए लिखिया गया, बी लिखिया गया, की बचिया? सी। शाबाश, उम्मीद है तुहानूं समझ आ गया होगा। दोबारा फिर देख लो। सब तो पहला छोटी त्रिकोण दा नाम आपां इस तरह ही लिख लिया, ए बी डी। छोटी त्रिकोण दा ए कोण वड्डी त्रिकोण दे ए कोण नाल साझा सी, इस करके जिथे ए लिखिया सी उत्थे वड्डी त्रिकोण दा नाम भी ए रख लिया। छोटी त्रिकोण दा 90 डिग्री ते कोण डी ते सी, वड्डी दा बी ते सी। तो डी दी थां है जिहड़ी तीसरे नंबर ते सी, आपां बी नूं भी तीसरे नंबर ते ही रखिया। छोटी त्रिकोण दे विच बिंदु बी विचाले सी, वड्डी त्रिकोण च बच गया सी, उहनूं आपां विचाले रख लिया। उम्मीद है तुहानूं समझ आ गई होवेगी ते नाल नाल तुहानूं ये भी पता लग गया होना है कि ये दो त्रिकोणां समरूप किवें होणगीਆਂ। सोचो, बिल्कुल ठीक। एक तो ए कोण साझा आ गया, दूसरा 90 डिग्री का कोण आ गया। शाबाश। ते ये सानू नियम असीं पढ़े सी पिछली वीडियो दे विच देखिया सी। ए वाली त्रिकोणां की हुंदियां ने? समरूप हुंदियां ने। तो इत्थे आपां यही गल लिखनी है, कोण ए। आपां इत्थे बच्चों इस तरह भी लिख सकते हैं, कोण बी ए डी। जिवें कि सानू पता ही है कोण नूं लिखण दा तरीका, जिहड़े बिंदु ते कोण हुंदा उहनूं असीं विचाले रखदे हां। तो इत्थे आपां विस्तार नाल लिख दिंदे हां बी ए डी। वड्डी त्रिकोण दे लई बी ए सी। एक तां कोण बराबर आ गया, एक 90 डिग्री का, इधर डी ते बने, उधर बी ते बने। ठीक है बच्चों, दो कोण बराबर आ गए, इस करके त्रिकोणां की होणगीਆਂ? समरूप होणगीਆਂ। ब्रैकेट दे विच आपां लिख दांगे क्यों समरूप होणगीਆਂ? ए समरूपता करके, क्योंकि यह नियम है। इस नियम के तहत ये दोने त्रिकोणां की हो गईਆਂ? समरूप हो गईਆਂ। नोट करना बच्चों, हुण इसे तरीके दे नाल दूसरी छोटी त्रिकोण नूं वड्डी त्रिकोण दे नाल समरूप करांगे। शाबाश। तो फिर उस तरह ही सोच लो, छोटी त्रिकोण का नाम जिवें मर्जी रख लो, बी सी डी।
ਮੰਨ ਲਓ ਆਪਾਂ ਲਿਖ ਲਿਆ ਤਿਕੋਣ ਬੀ ਸੀ ਡੀ ਅਤੇ ਤਿਕੋਣ ਵੱਡੀ ਦਾ ਨਾਮ ਆਪਾਂ ਸੋਚ ਕੇ ਰੱਖਣਾ। ਹੁਣ ਬਿਲਕੁਲ ਉਸੇ ਤਰ੍ਹਾਂ ਸੋਚੋ ਇਹਦਾ ਕਿਹੜਾ ਕੋਣ ਵੱਡੀ ਤਿਕੋਣ ਦੇ ਕੋਣ ਨਾਲ ਸਾਂਝਾ ਹੈਗਾ? ਕਿਹੜਾ ਕੋਣ? ਯੈਸ, ਸੀ ਕੋਣ। ਸੀ ਕੋਣ ਦੋਨਾਂ ਦੇ ਵਿੱਚ ਸਾਂਝਾ ਹੈ, ਤਾਂ ਸੀ ਵਿਚਾਲੇ ਲਿਖਿਆ ਹੈ, ਇੱਧਰ ਵੀ ਸੀ ਵਿਚਾਲੇ ਲਿਖਾਂਗੇ। ਛੋਟੀ ਤਿਕੋਣ ਦਾ 90 ਡਿਗਰੀ ਦਾ ਕੋਣ ਕਿਹੜੇ ਬਿੰਦੂ ਤੇ ਸੀ? ਡੀ ਤੇ। ਸ਼ਾਬਾਸ਼। ਵੱਡੀ ਤਿਕੋਣ ਦੇ ਵਿੱਚ 90 ਡਿਗਰੀ ਦਾ ਕੋਣ ਕਿਹੜੇ ਬਿੰਦੂ ਤੇ ਹੈ? ਬੀ ਤੇ। ਤਾਂ ਡੀ ਤੀਸਰੇ ਨੰਬਰ ਤੇ ਲਿਖਿਆ ਹੈ, ਇੱਧਰ ਆਪਾਂ ਬੀ ਤੀਸਰੇ ਨੰਬਰ ਤੇ ਲਿਖਾਂਗੇ। ਤਿਕੋਣ ਕਿਹੜੀ ਸੀ? ਏ ਬੀ ਸੀ। ਬੀ ਸੀ ਲਿਖਿਆ ਗਿਆ, ਕੀ ਬਚਿਆ? ਏ। ਬਿਲਕੁਲ ਠੀਕ ਹੈ, ਇਸ ਦਾ ਨਾਮ ਵੀ ਆ ਗਿਆ, ਤਰਤੀਬ ਅਨੁਸਾਰ ਆ ਗਿਆ, ਅਨੁਸਾਰੀ ਬਿੰਦੂਆਂ ਦੇ ਅਨੁਸਾਰ ਆ ਗਿਆ। ਤਾਂ ਇਸ ਤਰ੍ਹਾਂ ਦੇ ਨਾਲ ਕਰਨ ਨਾਲ ਤੁਹਾਨੂੰ ਅੱਗੇ ਜਾ ਕੇ ਕੋਈ ਵੀ ਮਿਸਟੇਕ ਨਹੀਂ ਹੋਏਗੀ ਤੁਹਾਡੇ ਤੋਂ। ਬਿਲਕੁਲ ਠੀਕ ਹੈ, ਤੁਹਾਨੂੰ ਸਮਰੂਪ ਕਰਨ ਦਾ ਤਰੀਕਾ ਵੀ ਸਮਝ ਆ ਗਿਆ ਹੋਣਾ। ਕਿਹੜੇ ਕਿਹੜੇ ਕੋਣ ਬਰਾਬਰ ਨੇ? ਨੰਬਰ 1 ਯੈਸ, ਸੀ ਕੋਣ ਸਾਂਝਾ, ਤਾਂ ਆਪਾਂ ਲਿਖਾਂਗੇ ਕੋਣ BCD ਬਰਾਬਰ ਹੈ ਕੋਣ ACB। ਇਹ ਸਾਂਝਾ ਕੋਣ ਹੈ। ਦੂਸਰਾ ਕੋਣ ਬਿਲਕੁਲ ਠੀਕ 90 ਡਿਗਰੀ ਦਾ ਕੋਣ D ਬਰਾਬਰ ਹੈ ਕੋਣ B। ਇਸ ਕਰਕੇ ਤਿਕੋਣਾਂ ਕੀ ਹੋਣਗੀਆਂ? ਸਮਰੂਪ ਹੋਣਗੀਆਂ। BCD ਸਮਰੂਪ ਹੋਏਗੀ ACB ਦੇ। ਬਿਲਕੁਲ ਉਸੇ ਤਰ੍ਹਾਂ ਬ੍ਰੈਕਟ ਦੇ ਵਿੱਚ ਕਿਹੜੀ ਸਮਰੂਪਤਾ? AA ਸਮਰੂਪਤਾ। ਇਸ ਕਰਕੇ ਇਹ ਦੋ ਤਿਕੋਣਾਂ ਸਮਰੂਪ ਹੋਣਗੀਆਂ। ਬੱਚੋ ਯਾਦ ਕਰੋ, ਤੁਹਾਨੂੰ ਦੱਸਿਆ ਸੀ ਜੇਕਰ ਦੋ ਤਿਕੋਣਾਂ ਸਮਰੂਪ ਹੋਣ ਤਾਂ ਉਹਨਾਂ ਤਿਕੋਣਾਂ ਦਾ ਕੀ ਬਰਾਬਰ ਹੁੰਦਾ ਹੈ? ਅਨੁਸਾਰੀ ਕੋਣ ਬਰਾਬਰ ਹੁੰਦੇ ਨੇ, ਅਨੁਸਾਰੀ ਭੁਜਾਵਾਂ ਦਾ ਅਨੁਪਾਤ ਬਰਾਬਰ ਹੁੰਦਾ ਹੈ। ਤਾਂ ਇਸ ਤੋਂ ਬਾਅਦ ਤੁਸੀਂ ਦੁਬਾਰਾ ਫਿਰ ਬੜੇ ਧਿਆਨ ਦੇ ਨਾਲ ਸਮਝਣਾ ਹੈ। ਮੈਂ ਅਨੁਸਾਰੀ ਭੁਜਾਵਾਂ ਦਾ ਅਨੁਪਾਤ ਲਿਖਣ ਲੱਗਿਆ। ਸਭ ਤੋਂ ਪਹਿਲਾਂ ਆਪਾਂ ਇਹਨਾਂ ਦੋ ਤਿਕੋਣਾਂ ਦੇ ਹਿਸਾਬ ਨਾਲ ਲਿਖਣ ਲੱਗਿਆ। ਇੱਕ ਛੋਟੀ ਤਿਕੋਣ, ਇੱਕ ਵੱਡੀ ਤਿਕੋਣ। ਛੋਟੀ ਤਿਕੋਣ ਦੇ ਵਿੱਚ ਬੱਚਿਓ AB ਆ ਰਿਹਾ ਹੈ, ਆਪਾਂ AB ਲਿਖ ਲਿਆ। ਦੇਖੋ ਇੱਧਰ ਧਿਆਨ ਦੇਣਾ ਹੈ, ਇੱਧਰ AB ਆਇਆ ਨਾ, ਤਾਂ ਇਹਦੇ ਨੀਚੇ ਕਿਹੜੀ ਭੁਜਾ ਆਊਗੀ? AC ਆਏਗੀ। ਸ਼ਾਬਾਸ਼, AC। ਸਭ ਤੋਂ ਪਹਿਲਾਂ ਆਪਾਂ ਲਿਖਿਆ AB, ਕਿਉਂਕਿ AB ਤੇ ਇੱਧਰ A ਤੇ B ਪਹਿਲਾ ਤੇ ਦੂਜਾ ਬਿੰਦੂ ਹੈ, ਤਾਂ ਇੱਧਰ ਵੀ ਕੀ ਆਏਗਾ? ਪਹਿਲਾ ਤੇ ਦੂਸਰਾ ਬਿੰਦੂ AC। ਤਾਂ AB ਦੇ ਨੀਚੇ AC। ਹੁਣ ਮੈਂ ਦੂਸਰੀ ਭੁਜਾ ਲਿਖ ਰਿਹਾ AD। AD ਬੱਚਿਓ ਦੇਖੋ, AD ਕਿਹੜਾ ਬਿੰਦੂ ਹੈ? ਪਹਿਲਾ ਤੇ ਤੀਸਰਾ। ਤਾਂ ਇਹਦੇ ਨੀਚੇ ਵੀ ਕਿਹੜੀ ਭੁਜਾ ਆਏਗੀ? ਪਹਿਲਾ ਤੇ ਤੀਸਰਾ AB। ਸ਼ਾਬਾਸ਼ ਬੱਚਿਓ। ਇਸ ਤੋਂ ਬਾਅਦ ਆਪਾਂ ਤਿਰਛੀ ਗੁਣਾ ਕਰਦੇ ਹਾਂ, ਤਾਂ ਆਪਣੇ ਕੋਲੇ AB ਗੁਣਾ AB ਕੀ ਬਣ ਜਾਵੇਗਾ? AB ਦਾ ਵਰਗ। ਤੇ ਇੱਧਰ ਕੀ ਆ ਜਾਵੇਗਾ? AC ਗੁਣਾ AD। ਇਹਨੂੰ ਆਪਾਂ ਹਾਈਲਾਈਟ ਕਰ ਲੈਂਦੇ ਹਾਂ। ਇੱਧਰ ਆਪਾਂ ਕੰਟੀਨਿਊ ਕਰਦੇ ਹਾਂ। ਹੁਣ ਸਮਝ ਆ ਗਿਆ ਹੋਵੇਗਾ। ਬਿਲਕੁਲ ਠੀਕ ਹੈ। ਹੁਣ ਇਹਨਾਂ ਦੋ ਤਿਕੋਣਾਂ ਦੇ ਵਿੱਚ ਆ ਜਾਂਦੇ ਆ, ਛੋਟੀ ਤਿਕੋਣ ਤੇ ਵੱਡੀ ਤਿਕੋਣ। ਛੋਟੀ ਤਿਕੋਣ ਦੀ ਭੁਜਾ BC, ਆਪਾਂ BC ਲਿਖਿਆ। ਬਿਲਕੁਲ ਉਸੇ ਤਰ੍ਹਾਂ BC ਪਹਿਲਾ ਤੇ ਦੂਸਰਾ ਬਿੰਦੂ ਹੈ, ਇਹਦੇ ਨੀਚੇ ਕਿਹੜੀ ਆਏਗੀ? ਪਹਿਲਾ ਤੇ ਦੂਸਰਾ ਬਿੰਦੂ AC। BC ਤੋਂ ਬਾਅਦ ਆਪਾਂ CD ਲਿਖਾਂਗੇ। ਧਿਆਨ ਦੇਣਾ ਬੱਚਿਓ, ਪਹਿਲੀ ਤਿਕੋਣ ਦੇ ਵਿੱਚ AB ਤੇ AD ਲਿਖਿਆ ਹੈ, ਦੂਸਰੀ ਤਿਕੋਣ ਦੇ ਵਿੱਚ BC ਤੇ CD ਲਿਖਿਆ ਹੈ। CD ਲਿਖਿਆ ਹੈ, CD ਦੂਸਰਾ ਤੇ ਤੀਸਰਾ ਬਿੰਦੂ ਹੈ, ਤਾਂ ਇਹਦੇ ਨੀਚੇ ਦੂਸਰਾ ਤੇ ਤੀਸਰਾ ਬਿੰਦੂ CB ਕਹਿ ਲਓ ਜਾਂ BC ਕਹਿ ਲਓ, ਇੱਕੋ ਹੀ ਗੱਲ ਹੈ। ਫਿਰ ਉਸੇ ਤਰ੍ਹਾਂ ਤਿਰਛੀ ਗੁਣਾ ਕਰਾਂਗੇ। BC ਦੀ BC ਨਾਲ ਗੁਣਾ, ਕੀ ਬਣ ਗਿਆ ਬੱਚਿਓ? BC ਦਾ ਵਰਗ। ਇੱਧਰ ਆ ਜਾਵੇਗਾ AC ਗੁਣਾ CD। ਇਸ ਨੂੰ ਵੀ ਮੈਂ ਹਾਈਲਾਈਟ ਕਰ ਲੈਣਾ।
बस 2 लाइनां दी थ्योरम बाकी है। उम्मीद है तुहानूं सारी समझ आई होनी है। इस तो बाद ध्यान दिओ, अपनी कापी दे उपर देखो जिथे तुसीं नोट कीता सी दिता है, या पॉज करके वीडियो नूं बैक करके देखो जिथे आपां लिखिया सी दिता है। की दिता सी दोबारा याद करो, समकोण त्रिकोण। की सिद्ध करना है? ए बी का वर्ग प्लस बी सी का वर्ग बराबर ए सी का वर्ग। देखो बच्चों अपने को ए बी का वर्ग बन गया, बी सी का वर्ग बन गया। आप इसनूं समीकरण 1 मान लैंदे आ, इसनूं नाम रख लैंदे आ समीकरण 1 का, इसनूं नाम रख लैंदे आ समीकरण 2 का। ते समीकरण 1 ते 2 नूं आपां जोड़ लैंदे आ, खब्बे पासे च खब्बा पासा जोड़ते हाँ। ए बी का वर्ग ध्यान देना है, ए बी का वर्ग प्लस बी सी का वर्ग बराबर आ गया सज्जा पासा ए सी गुना ए डी प्लस ए सी गुना सी डी। ठीक है बच्चों। इस तो बाद ए सी इत्थे भी है, ए सी इत्थे भी है। ए सी नूं आपां साझा कढ लांगे, की बचेगा ए डी प्लस सी डी। हुण ध्यान दिओ बच्चों, ए डी ए वाली भुजा है, सी डी ए वाली भुजा है। जे आपां दोनों नूं जोड़दे हां तां की बनेगी? ए सी बनेगी। ए सी गुना ए सी दा वर्ग। शाबाश, यही अपनी थ्योरम सी पाइथागोरस थ्योरम। उम्मीद करदा तुहानूं समझ आई होनी है। इस थ्योरम के संबंधित आपां एक सवाल भी करते हैं, बहुत इंपॉर्टेंट क्वेश्चन है। फिर आपां करांगे इस थ्योरम का उल्ट। बच्चों पेपर दे विच पाइथागोरस थ्योरम ते इसदा उल्ट भी आ जाता है। इस तो पहला आप एक क्वेश्चन कर लेने, उदाहरण कर लेने। एक क्वेश्चन आंदा बच्चों इंपॉर्टेंट है, ग्राउंड है, ग्राउंड दे नाल कोई बिल्डिंग है, बिल्डिंग दे उपर एक विंडो है, इस विंडो दे नाल आपां एक पौड़ी लगा दी है। पौड़ी की लंबाई सानू दिती गई है 13 सेंटीमीटर। यह दिता गया कि पौड़ी का हेठला सिरा बिल्डिंग के हेठले सिरे तो 5 सेंटीमीटर दूर है, ते विंडो की उचाई साडे तो पूछी गई है। एक क्वेश्चन है, बड़ा ही सौखा क्वेश्चन है। इसनूं करदे आ, इहदे विच पाइथागोरस थ्योरम का यूज होना है। तो आपां नूं पता है, आपां हुणी सिद्ध करके हटे हैं पाइथागोरस थ्योरम। की सी बच्चों? किसी भी त्रिकोण दे विच सब तो वड्डी भुजा दा वर्ग बाकी 2 भुजावां दे वर्गां दे जोड़ दे बराबर हुंदा है। तो सब तो वड्डी भुजा 13 है, 13 का वर्ग, बाकी 2 बचियां, एक एच ते एक 5 सेंटीमीटर, 5 का वर्ग। एच का वर्ग 5 का वर्ग, 5 गुना 5 25 आ जाएगा। 13 का वर्ग 13 गुना 13 169 आ जाएगा। एच का वर्ग ये 25 प्लस दे बच्चों, तुहानूं पता है उधर लेके जावांगे तो माइनस का बन जाएगा। 169 दे विचों 25 माइनस करांगे तो 144 आएगा। तो जो वर्ग है वो उधर जाके वर्ग मूल बन जाएगा। तो बच्चों इत्थे आपां गुणनखंड भी बना सकते हैं। जे तुहाडे वर्ग याद ने तो तुहानूं पता ही है, ये 12 का वर्ग हुंदा है, 12 गुना 12 144। तो इसका वर्गमूल आ जाएगा 12 सेंटीमीटर। तो आपां ने विंडो की उचाई कढ़ ली है 12 सेंटीमीटर। तो इस क्वेश्चन दे विच विंडो की उचाई दे सकदा है, आपां ने जमीन के उपर हेठला सिरा पूछ सकदा है कितनी दूर है, या ये दोने लंबाइयां आपां नूं दे सकदा है ते पूछ सकदा है कि पौड़ी कितनी लंबाई दी है।
ਤਾਂ ਉਮੀਦ ਹੈ ਤੁਹਾਨੂੰ ਇਹ ਸਮਝ ਆਈ ਹੋਊਗੀ। ਇਸ ਤੋਂ ਬਾਅਦ ਆਪਾਂ ਕਰਦੇ ਹਾਂ ਪਾਇਥਾਗੋਰਸ ਥਿਓਰਮ ਦਾ ਉਲਟ। ਹੁਣ ਆਪਾਂ ਗੱਲ ਕਰਦੇ ਹਾਂ ਪਾਇਥਾਗੋਰਸ ਥਿਓਰਮ ਦਾ ਉਲਟ। ਬੱਚਿਓ, ਪਾਇਥਾਗੋਰਸ ਥਿਓਰਮ ਦੇ ਵਿੱਚ ਕੀ ਸੀ? ਇੱਕ ਸਮਕੋਣ ਤਿਕੋਣ ਹੁੰਦੀ ਸੀ, ਸਮਕੋਣ ਤਿਕੋਣ ਦਿੱਤੀ ਹੁੰਦੀ ਸੀ, ਤੇ ਆਪਾਂ ਨੇ ਕਿਹਾ ਸੀ ਸਮਕੋਣ ਤਿਕੋਣ ਦੇ ਵਿੱਚ ਸਭ ਤੋਂ ਵੱਡੀ ਭੁਜਾ ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੈ। ਇਸ ਦਾ ਉਲਟ ਕੀ ਬਣੇਗਾ? ਸੋਚੋ, ਅਗਰ ਆਪਾਂ ਨੂੰ ਦਿੱਤਾ ਗਿਆ ਹੈ ਕਿ ਕਿਸੇ ਤਿਕੋਣ ਦੇ ਵਿੱਚ ਸਭ ਤੋਂ ਵੱਡੀ ਭੁਜਾ ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੈ, ਤਾਂ ਆਪਾਂ ਸਿੱਧ ਕਰਨਾ ਹੋਏਗਾ ਕਿ ਇਹ ਤਿਕੋਣ ਸਮਕੋਣ ਤਿਕੋਣ ਹੈ। ਸਭ ਤੋਂ ਪਹਿਲਾਂ ਇਸ ਦੀ ਪਰਿਭਾਸ਼ਾ, ਕਿਸੇ ਵੀ ਤਿਕੋਣ ਦੇ ਵਿੱਚ ਸਭ ਤੋਂ ਵੱਡੀ ਭੁਜਾ ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੈ ਤਾਂ ਉਹ ਤਿਕੋਣ ਸਮਕੋਣ ਤਿਕੋਣ ਹੋਵੇਗੀ। ਤਾਂ ਇਸ ਦੇ ਵਿੱਚ ਬੱਚਿਓ ਕੀ ਦਿੱਤਾ ਹੈ? ਆਪਾਂ ਇੱਕ ਤਿਕੋਣ ਮੰਨਦੇ ਹਾਂ। ਸਭ ਤੋਂ ਪਹਿਲਾਂ ABC, ਮੈਂ ਇਸ ਨੂੰ ਸਮਕੋਣ ਤਿਕੋਣ ਦੇ ਆਕਾਰ ਵਿੱਚ ਬਣਾ ਲਿਆ ਹੈ, ਪਰ ਆਪਾਂ ਨੂੰ ਪਹਿਲਾਂ ਇਹ ਨਹੀਂ ਦਿੱਤਾ ਹੋਇਆ ਕਿ ਇਹ ਸਮਕੋਣ ਤਿਕੋਣ ਹੈ, ਪਰ ਆਪਾਂ ਇਹ ਸਿੱਧ ਕਰਨਾ ਹੈ। ਇਸ ਕਰਕੇ ਬੱਚੇ ਨੂੰ ਮੈਂ ਸਮਕੋਣ ਤਿਕੋਣ ਦੇ ਆਕਾਰ ਦਾ ਬਣਾ ਲਿਆ, ਠੀਕ ਹੈ, ਪਰ ਇਹ ਆਪਣੇ ਕੋਲੇ ਸਮਕੋਣ ਤਿਕੋਣ ਫਿਲਹਾਲ ਨਹੀਂ ਹੈਗੀ। ਸਭ ਤੋਂ ਪਹਿਲਾਂ ਆਪਾਂ ਨੂੰ ਇਹ ਇੱਕ ਆਮ ਤਿਕੋਣ ਦਿੱਤੀ ਗਈ ਹੈ, ਤੇ ਇਹ ਦਿੱਤਾ ਗਿਆ ਹੈ ਕਿ ਇਹਦੇ ਵਿੱਚ ਇੱਕ ਭੁਜਾ ਹੈ AC, ਜਿਸ ਦਾ ਵਰਗ ਬਰਾਬਰ ਹੈ AB ਦੇ ਵਰਗ ਦੇ ਪਲੱਸ BC ਦੇ ਵਰਗ ਦੇ। ਤਾਂ ਬੱਚਿਓ, ਇਹ ਆਪਾਂ ਨੂੰ ਦਿੱਤਾ ਗਿਆ ਤੇ ਆਪਾਂ ਸਿੱਧ ਕਰਨਾ ਹੈ ਕਿ ਜੋ ਸਭ ਤੋਂ ਵੱਡੀ ਭੁਜਾ ਹੈ, ਕਿਉਂਕਿ ਇੱਕ ਪਾਸੇ ਸਿਰਫ AC ਭੁਜਾ ਦਾ ਵਰਤੋਂ ਕੀਤੀ ਹੈ, ਤਾਂ ਬੱਚਿਓ AC ਦੇ ਸਾਹਮਣੇ ਬਿੰਦੂ B ਹੈ, ਤਾਂ ਅਸੀਂ B ਵਾਲਾ ਕੋਣ ਹੀ ਸਮਕੋਣ ਪ੍ਰੂਵ ਕਰਨਾ ਹੈ, ਮਤਲਬ 90 ਡਿਗਰੀ ਸਿੱਧ ਕਰਨਾ ਹੈ। ਇਹ ਧਿਆਨ ਦੇਣਾ ਹੈ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਨਾਮ ਆਪਾਂ ABC ਹੀ ਰੱਖਣਾ ਹੈ। PQR MNO ਜੋ ਮਰਜ਼ੀ ਆਪਾਂ ਨਾਮ ਰੱਖ ਸਕਦੇ ਹਾਂ। ਤਾਂ ਧਿਆਨ ਦੇਣਾ ਹੈ ਕਿ ਜੋ ਭੁਜਾ ਅਸੀਂ ਇੱਕ ਸਾਈਡ ਤੇ ਇੱਕ ਭੁਜਾ ਲਿਖੀ ਹੈ, ਜਿਸ ਨੂੰ ਅਸੀਂ ਸਭ ਤੋਂ ਵੱਡੀ ਭੁਜਾ ਮੰਨਿਆ ਹੈ, ਤਾਂ ਉਸ ਭੁਜਾ ਦੇ ਸਾਹਮਣੇ ਵਾਲੇ ਬਿੰਦੂ ਨੂੰ ਹੀ ਸਮਕੋਣ ਸਿੱਧ ਕਰਨਾ ਹੈ। ਇਹਦੇ ਲਈ ਅਸੀਂ ਰਚਨਾ ਕਰਾਂਗੇ। ਰਚਨਾ ਦੇ ਵਿੱਚ ਅਸੀਂ ਇਸ ਇੱਕ ਸਮਕੋਣ ਤਿਕੋਣ ਬਣਾਵਾਂਗੇ। ਧਿਆਨ ਦੇਣਾ ਬੱਚਿਓ, ਇੱਕ ਸਮਕੋਣ ਤਿਕੋਣ ਬਣਾ ਰਹੇ ਹਾਂਗੇ P, ਜਾਂ ਪਹਿਲਾਂ ਤੁਸੀਂ ਏਦਾਂ ਸਮਝ ਲਓ ਕਿ ਆਪਾਂ ਨੇ ਇੱਕ ਸਮਕੋਣ ਬਣਾਇਆ, ਸ਼ੁਰੂ ਦੇ ਵਿੱਚ 90 ਡਿਗਰੀ ਦਾ ਕੋਣ ਬਣਾਇਆ, Q ਦੇ ਉੱਪਰ ਇੱਕ ਲੰਬ ਬਣਾਇਆ, 90 ਡਿਗਰੀ ਦਾ ਕੋਣ ਬਣਾਇਆ, ਜਿਸ ਦੀ PQ ਭੁਜਾ AB ਦੇ ਬਰਾਬਰ ਅਸੀਂ ਬਣਾਣੀ ਹੈ। ਮਤਲਬ P ਨੂੰ ਅਸੀਂ ਇਸ ਤਰ੍ਹਾਂ ਚੁਣਿਆ ਹੈ ਕਿ ਜੋ PQ ਹੈ ਉਹ AB ਦੇ ਬਰਾਬਰ ਹੋਵੇ, ਠੀਕ ਹੈ ਬੱਚਿਓ, ਤੇ ਜੋ QR ਭੁਜਾ ਹੈ ਉਹ BC ਦੇ ਬਰਾਬਰ ਹੋਵੇ। ਇਹ ਅਸੀਂ ਰਚਨਾ ਕੀਤੀ ਹੈ। ਅਸੀਂ ਇੱਕ ਸਮਕੋਣ ਤਿਕੋਣ ਲਈ ਹੈ, ਜਾਂ ਸਮਝ ਲਓ ਕਿ ਪਹਿਲਾਂ ਇੱਕ ਸਮਕੋਣ ਬਣਾਇਆ, ਜਿਸ ਬਿੰਦੂ ਤੇ ਸਮਕੋਣ ਬਣਾਇਆ ਉਸ ਨੂੰ Q ਬਿੰਦੂ ਦਾ ਨਾਮ ਦਿੱਤਾ, ਤੇ Q ਤੋਂ ਉੱਪਰ P ਦਾ ਨਾਮ ਦਿੱਤਾ। ਆਪਾਂ P ਬਿੰਦੂ ਚੁਣਿਆ, ਉਹ ਇਸ ਤਰੀਕੇ ਨਾਲ ਚੁਣਿਆ ਕਿ ਉਹ AB ਦੇ ਬਰਾਬਰ ਹੋਵੇ, ਤੇ ਜੋ ਆਪਣੇ ਕੋਲੇ ਲੇਟਵੀਂ ਰੇਖਾ ਸੀ ਉਸ ਦੇ ਉੱਪਰ ਬਿੰਦੂ R ਇਸ ਤਰੀਕੇ ਨਾਲ ਚੁਣਿਆ ਕਿ ਉਹ BC ਦੇ ਬਰਾਬਰ ਹੋਵੇ, ਤੇ PR ਨੂੰ ਆਪਾਂ ਮਿਲਾਇਆ। ਤਾਂ ਇਹ ਇੱਕ ਸਾਡੇ ਕੋਲੇ ਸਮਕੋਣ ਤਿਕੋਣ ਹੈ ਜਿਸ ਦੀ ਅਸੀਂ ਰਚਨਾ ਕੀਤੀ ਹੈ। ਤਾਂ ਇਸ ਤੋਂ ਬਾਅਦ ਅਸੀਂ ਸਿੱਧ ਕਰਾਂਗੇ ਕਿ ਜੋ ਕੋਣ B ਹੈ ਉਹ 90 ਡਿਗਰੀ ਦਾ ਹੈ। ਤਾਂ ਉਸ ਦੇ ਲਈ ਮੈਂ ਇਸ ਨੂੰ ਸਾਫ਼ ਕਰ ਰਿਹਾ, ਤੁਸੀਂ ਵੀਡੀਓ ਪੌਜ਼ ਕਰਕੇ ਇਹ ਨੋਟ ਕਰ ਲੈਣਾ ਆਪਣੀ ਨੋਟਬੁੱਕ ਤੇ। ਤਾਂ ਹੁਣ ਆਪਾਂ ਦੇਖਦੇ ਹਾਂ ਸਬੂਤ। ਤਾਂ ਬੱਚਿਓ ਦੇਖੋ, ਜੋ ਆਪਾਂ ਤਿਕੋਣ ਰਚਨਾ ਦੇ ਵਿੱਚ ਬਣਾਈ ਹੈ
त्रिकोण पी क्यू आर समकोण त्रिकोण है। किहड़ी त्रिकोण है? समकोण त्रिकोण। ते असीं पाइथागोरस थ्योरम कर चुके हाँ कि समकोण त्रिकोण दे विच सब तो वड्डी भुजा दा वर्ग मतलब पी आर दा वर्ग किहदे बराबर है? बाकी दो भुजावां दे वर्गां दे जोड़ दे बराबर है। तो देखो बच्चों रचना दे विच पी क्यू असी किहदे बराबर मन्नी है? पी क्यू असी ए बी दे बराबर मन्नी है। क्यू आर बच्चों बी सी दे बराबर मन्नी है। बच्चों दिता की होया है? ए बी दा वर्ग प्लस बी सी दा वर्ग किहदे बराबर है? ए सी दे वर्ग दे। तो इत्थों बच्चों की सिद्ध हो गया साडे कोले कि जो पी आर है ओह ए सी दे बराबर है। ठीक है बच्चों, बस ये थ्योरम खत्म होने वाली है, ज़्यादा लंबा इंतजार नहीं हैगा। एक बिल्कुल दो स्टैप दे विच हुंदी है। एक स्टैप आपां ने सिद्ध किया कि दोनों के कर्ण बराबर ने। हुण दूजे स्टैप दे विच की करांगे? इन्हां दो त्रिकोणां नूं सर्बांग सम सिद्ध कर दांगे ते सर्बांग सम त्रिकोणां दा सब कुछ बराबर हुंदा है, इस करके इन्हां दे कोण बराबर होणगे। क्योंकि यह 90 का कोण मन्निया है, इस करके बी कोण भी 90 का होवेगा। उम्मीद है तुहानूं समझ आ गई होगी, तरीका समझ आ गया हो। तो हुण आपां कंटिन्यू करदे हां, लिखदे हां तरतीब अनुसार ए बी सी पी क्यू आर त्रिकोण ए बी सी अते त्रिकोण पी क्यू आर विच। देखो बच्चों रचना च आपां लिखिया सी ए बी किहदे बराबर है? पी क्यू दे। ठीक है बच्चों, बी सी किहदे बराबर है? क्यू आर दे। ये साडी रचना है। ते ए सी पी आर दे बराबर असी सिद्ध कर चुके हाँ। तो देखो बच्चों इन्हां दोनों त्रिकोणां दियां तीनों भुजावां बराबर आ गईयां। तो तुहानूं पता है यह त्रिकोणां की हो गईयां? सर्बांग सम। तो किहड़ी सर्बांग समता दी असी वरतों कीती है? बिल्कुल ठीक, एस 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 भुजा भुजा भुजा। तो आपां लिखांगे इसलिए त्रिकोण ए बी सी सर्बांग सम है त्रिकोण पी क्यू आर दे। ते बच्चों जदों दो त्रिकोणां सर्बांग सम हो जांदियां ने तो उन्हां दा सब कुछ बराबर हुंदा है। अनुसारी भुजावां बराबर हुंदियां ने, अनुसारी कोण बराबर हुंदे ने। तो कोण क्यू किस दे बराबर आ गया? कोण बी दे। परंतु कोण क्यू कितना है? 90 डिग्री का असी रचना दे विच मन्निया सी। तो कोण बी कितना आ गया? 90 डिग्री। इस तरह ये थ्योरम सिद्ध हो जाती है। उम्मीद करदा हाँ तुहानूं ये दोने थ्योरम वधिया समझ आईयां होणीआं। तो बच्चों तो तुसी इस वीडियो नूं दोबारा देखना है, बार बार देखना है जिन्ना चिर तुहानूं दोने थ्योरम समझ नहीं आंदियां। तो आपां ये दोने थ्योरम इंपॉर्टेंट ने। इस तो पहला आपां पहलां वाली वीडियो दे विच थ्योरम कीती सी कि समरूप त्रिकोणां दे खेत्रफलां दा अनुपात अनुसारी भुजावां दे अनुपात दे वर्ग दे बराबर हुंदा है। इस तो पहलां आपां मूल समान अनुपात दी थ्योरम कीती सी ते अगली वीडियो दे विच आपां मूल समान अनुपात दा थ्योरम दा उल्ट देखांगे। तो बच्चों इन्हां दोने थ्योरमां दे संबंधित एक्सरसाइज 6.4 दे तुसी सम करने ने। ते कोई भी सम ना समझ आण ते मैनूं कमेंट करना है, मेरे नंबर ते व्हाट्सएप करना है। थैंक यू, हैप्पी लर्निंग।